कुछ निकल। वाहिगुरु जी का खालसा वाहिगुरु जी जो बोले सो निहाल। सरदार साहब ਤੁਹਾਡੇ ਜ਼ਰੀਏ ਸਾਰੀ ਪੰਜਾਬੀ ਜਿੰਨੀ ਵੀ ਸਾਡੀ ਇੱਥੇ ਭਰਾ ਹਨ ਉਹਨਾਂ ਨੂੰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ। ਇਹ ਟਰਾਂਸਪੋਰਟ ਇੰਡਸਟਰੀ ਹਾਲਾਂਕਿ ਦੇਸ਼ ਦੀ ਰੀੜ ਦੀ ਹੱਡੀ ਹੈ, ਮਗਰ ਕਿਤੇ ਨਾ ਕਿਤੇ ਜੇਕੇ ਯੂਟੀ ਟਰਾਂਸਪੋਰਟ ਇੰਡਸਟਰੀ ਜਿਹੜੀ ਸੀ ਕਿਤੇ ਨਾ ਕਿਤੇ ਡਾਊਨਫਾਲ ਹੋ ਰਿਹਾ ਸੀ, ਡਾਊਨ ਤੇ ਜਾ ਰਹੀ ਸੀ। ਉਹ ਸਾਡੀ ਬਾਹ ਫੜੀ ਹੈ ਹੋਨੇਬਲ ਲੈਫਟੀਨੈਂਟ ਗਵਰਨਰ ਸਾਹਿਬ ਨੇ, ਮਨੋਜ ਸਿਨਹਾ ਸਾਹਿਬ ਨੇ। ऑल जम्मू एंड कश्मीर ट्रांसपोर्ट वेलफेयर एसोसिएशन ने एक बेड़ा उठाया और 5-6 मांगे ऐसी रखी जिससे कि जम्मू कश्मीर ट्रांसपोर्ट इंडस्ट्री एक बार दोबारा न केवल जिंदा हो जाएगी, दौड़ेगी। वाहिगुरु जी का खालसा वाहिगुरु जी जो बोले सो निहाल। और आज जम्मू कश्मीर ट्रांसपोर्ट वेलफेयर एसोसिएशन में मुबारकबाद देना चाहना कि किस तरह का इन्होंने समन्वय बना के आपस में एक जोड़ बना के कट्ठ हो के अपना एक कंसेंसस बना के इन्हों की अध्यक्षता अजीत सिंह होना दी एक तरीके नाल इस मसले नूं गवर्नर साहब को रखा और गवर्नर साहब हमेशा लोक हित विच काम करते हैं। ਅਰਦਾਸ ਬੇਨਤੀ ਕਰਦੇ ਹਾਂ ਕਿ ਅੱਗੇ ਵੀ ਇਸੇ ਤਰ੍ਹਾਂ ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦਾ ਆਪਸੀ ਏਕਤਾ, ਇਹ ਸਾਡਾ ਭਾਈਚਾਰਾ, ਕਿਉਂਕਿ ਇਹਦੇ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ ਅਸੀਂ ਸਾਰੇ ਹਾਂ। ਇਹ ਸਾਡਾ ਆਪਸੀ ਬਲਾਦਰੀ ਭਾਈਚਾਰਾ ਜਿਹੜਾ ਪਿਆਰ ਮੁਹੱਬਤ ਜਿਹੜਾ ਇਸੇ ਤਰ੍ਹਾਂ ਬਣਿਆ ਰਹੇ। ਔਰ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਦਵਿੰਦਰ ਸਿੰਘ ਰਾਣਾ ਜੀ ਦਾ, ਕਿਉਂਕਿ ਅਸੀਂ 5-6 ਦਿਨ ਪਹਿਲਾਂ ਵੀ ਇਸੇ ਤਰ੍ਹਾਂ ਪੂਰਾ ਇਕੱਠ ਕਰਕੇ ਅਸੀਂ ਹੈਲਪ ਮੰਗਣ ਦੇ ਲਈ, ਸਹਿਯੋਗ ਮੰਗਣ ਦੇ ਲਈ ਦਵਿੰਦਰ ਸਿੰਘ ਰਾਣਾ ਜੀ ਕੋਲ ਆਏ ਸਾਂ। ਇਹਨਾਂ ਨੇ ਸਾਡੇ ਮੁੰਡੇ ਨਾਲ ਮੁੰਡਾ ਲਗਾ ਕੇ ਇਸ ਟਰਾਂਸਪੋਰਟ ਖਿੱਤੇ ਨੂੰ, ਜਿੱਥੇ ਆਨਰੇਬਲ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸਾਹਿਬ ਨੇ ਜਾਨ ਫੂਕੀ ਹੈ, ਉਹ ਅਸੀਂ ਇਹ ਰੱਖਿਆ ਸੀ ਕਿ ਯਾਦ ਸਾਲ ਦੀ ਇੱਕ ਵਾਰ ਫਿਟਨੈਸ ਹੋਏ ਜਾਂ ਸਾਲ ਦੀ 2 ਵਾਰ ਹੋਏ ਤੇ ਫੀ ਇੱਕ ਵਾਰ ਲਈ ਜਾਏ। ਉਹ ਸਾਡੀ ਗੱਲ ਮੰਨ ਲਈ ਗਈ ਹੈ। ਜਿਹੜੀ ਪਹਿਲੀ ਵਾਰ 6 ਮਹੀਨੇ ਦੀ ਫਿਟਨੈਸ ਹੋਏਗੀ ਉਹਦੀ ਫੀ ਲੱਗੇਗੀ। ਸੈਕੰਡ ਟਾਈਮ ਓਨਲੀ 100 ਰੁਪੀਜ਼ ਰੈਵਨਿਊ ਲੱਗੇਗਾ। ਉਹ ਸਾਡੀ ਫੀ ਜਿਹੜੀ ਹੈ ਸਮਝ ਲਓ 100% ਮਾਫ ਕਰ ਦਿੱਤੀ ਗਈ ਹੈ। ਤੇ ਮੈਂ ਇੱਕ ਵਾਰ ਫਿਰ ਤੋਂ ਸਮੂਹ ਮੀਡੀਆ ਸੱਜਣਾ ਦਾ ਵਿਸ਼ੇਸ਼ ਤੌਰ ਤੇ ਸਾਡੇ ਵੀਰ ਬੇਅੰਤ ਸਿੰਘ ਜੀ ਜਿਨ੍ਹਾਂ ਹੋਣ ਡਿਜੀਟਲ ਚੈਨਲ ਹੈ ਔਰ ਸਾਡੇ ਸਮੂਹ ਮੀਡੀਆ ਜਨਾਂ ਦਾ, ਜਿਹੜੇ ਮੈਂ ਹਮੇਸ਼ਾ ਕਹਿੰਦਾ ਕਿ ਸਰਕਾਰ ਔਰ ਆਵਾਮ ਦੇ ਵਿੱਚ ਕਮਿਊਨੀਕੇਸ਼ਨ ਗੈਪ ਨੂੰ ਤੁਸੀਂ ਭਰਦੇ ਹੋ। ਸਾਡੇ LG ਸਾਹਿਬ ਦਾ ਬਹੁਤ ਵੱਡਾ ਰੋਲ ਰਿਹਾ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਇਹ ਸਾਡੇ ਮਸਲੇ ਕਾਫੀ ਅਰਸੇ ਤੋਂ ਚੱਲਦੇ ਆ ਰਹੇ ਸੀ ਔਰ ਸਾਨੂੰ ਹਰ ਵਾਰੀ ਆਪਣੇ ਮਸਲਿਆਂ ਵਾਸਤੇ ਰੋਡ 'ਤੇ ਆਉਣਾ ਪੈਂਦਾ ਸੀ, ਸਟ੍ਰਾਈਕ ਕਰਨੀ ਪੈਂਦੀ ਸੀ ਔਰ ਸਾਡੀ ਟਕਰਾਅ ਦੀ ਸਥਿਤੀ ਹਮੇਸ਼ਾ ਰਹਿੰਦੀ ਸੀ, ਜਿਹਦੇ ਕਰਕੇ ਆਮ ਜਨਤਾ ਇਸ ਨੂੰ ਝੱਲਦੀ ਸੀ, ਟਰਾਂਸਪੋਰਟਰ ਆਪਣਾ ਨੁਕਸਾਨ ਕਰਦੇ ਸੀ। ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ LG ਸਾਹਿਬ ਦਾ ਔਰ ਉਸ ਤੋਂ ਬਾਅਦ ਅਸੀਂ ਧੰਨਵਾਦ ਕਰਦੇ ਹਾਂ ਆਲ ਟਰਾਂਸਪੋਰਟ ਐਸੋਸੀਏਸ਼ਨ ਦਾ, ਅਜੀਤ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਆਪਣੇ ਨਾਲ ਜੋੜ ਕੇ ਨਾਲ ਚਲਾਇਆ ਹੈ। ਔਰ ਸਾਡੀਆਂ ਕੁਝ ਡਿਮਾਂਡਾਂ ਸਨ, ਸਾਡੇ ਕੋਈ ਡਿਸਪਿਊਟ ਸਨ, ਉਹ ਉਹਨਾਂ ਨੇ ਬੈਠ ਕੇ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਔਰ ਜਲਦੀ ਉਹ ਕਲੀਅਰ ਹੋ ਜਾਣਗੇ। ਤੇ ਬਾਕੀ ਅਸੀਂ ਹੁਣ ਜਿੰਨੇ ਵੀ ਈ ਰਿਕਸ਼ਾ ਯੂਨੀਅਨ ਵਾਲੇ ਹਾਂ, ਅਸੀਂ ਹੁਣ ਆਲ ਟਰਾਂਸਪੋਰਟ ਯੂਨੀਅਨ ਦੇ ਬੈਨਰ ਦੇ ਥੱਲੇ ਕੰਮ ਕਰਾਂਗੇ। जिंदाबाद।
ठहरो ठहरो। राणा साहब जिंदाबाद। ਭਾਜੀ ਭਾਜੀ ਬੇਨਤੀ ਕਰ ਦਿਓ मैं बात पहले खोलो ना गागला पाइए गागल खोलो पहचान लेने गुजरे आई है राणा साहब जिंदाबाद राणा साहब जिंदाबाद अजीत सिंह सर जिंदाबाद चेयरमैन साहब जिंदाबाद चेयरमैन साहब जिंदाबाद मुबारकबाद देता हूँ ऑल जम्मू एंड कश्मीर ट्रांसपोर्ट वेलफेयर एसोसिएशन को, इनके अध्यक्ष अजीत सिंह जी और इनके सब साथियों को। ट्रांसपोर्ट इंडस्ट्री जम्मू कश्मीर की सबसे पुरानी इंडस्ट्री है और पिछले कुछ बरसों से ये इंडस्ट्री जो है मरने की कगार पे पहुंच चुकी थी। ऑल जम्मू एंड कश्मीर ट्रांसपोर्ट वेलफेयर एसोसिएशन ने एक बेड़ा उठाया और 5-6 मांगें ऐसी रखी जिससे कि जम्मू कश्मीर ट्रांसपोर्ट इंडस्ट्री एक बार दोबारा न केवल जिंदा हो जाएगी, दौड़ेगी। मैं मुबारकबाद इनको देता हूं और इनकी तरफ से, ट्रांसपोर्ट इंडस्ट्री की तरफ से और भाजपा की तरफ से धन्यवाद करना चाहता हूं माननीय मनोज सिन्हा जी का, जो महामहिम लेफ्टिनेंट गवर्नर हैं जम्मू एंड कश्मीर के, जिन्होंने ट्रांसपोर्ट इंडस्ट्री को एक नया जोर डाला और वो फैसले किए जो तारीखी फैसले होंगे इस इंडस्ट्री के लिए। माननीय मनोज सिन्हा जी के पास जब भी हम कभी भी लोक हित के मामले लेके गए, अभी हाल ही में आपने देखा कि पावर टैरिफ का मामला था, माननीय मनोज सिन्हा जी ने लोगों के हित को मद्देनजर रखते हुए फैसला किया। और या जब भी लोक हित का कोई भी मामला लेके गए तो उन्होंने हमेशा लोक हित में फौरी फैसले लिए, जैसे ये भी फैसला लिया और ट्रांसपोर्ट इंडस्ट्री को जिंदा रखा। ठीक है। माननीय यशस्वी प्रधानमंत्री नरेंद्र मोदी जी का जो नारा है, सबका साथ, सबका विकास, सबका विश्वास, उसके चलते भाजपा की ये कोशिश है कि जम्मू कश्मीर में हर वर्ग को, हर समुदाय को उसका हक मिले और जम्मू कश्मीर जो है, जहां भारत माननीय प्रधानमंत्री जी के नेतृत्व में एक विश्व गुरु बनने की कगार पे है, वहीं जम्मू कश्मीर जो है वो उस विश्व गुरु का चमकता सितारा बने। ये कोशिश हम सब की होनी चाहिए और हम सबको अपने इस जम्मू कश्मीर को, भारत को मजबूत करना है। धन्यवाद। ਸਭ ਤੋਂ ਪਹਿਲੇ ਮੈਂ ਸਾਰੇ ਮੀਡੀਆ ਜਨਾਂ ਦਾ ਧੰਨਵਾਦ ਕਰਾਂਗਾ, ਕਿਉਂਕਿ ਮੈਂ ਹਮੇਸ਼ਾ ਕਹਿੰਦਾ ਕਿ ਸਰਕਾਰ ਦੇ ਵਿੱਚ ਔਰ ਸਾਡੀ ਆਵਾਮ ਦੇ ਵਿੱਚ ਜੋ ਕਮਿਊਨੀਕੇਸ਼ਨ ਗੈਪ ਹੈ, ਤੁਸੀਂ ਫਿਲ ਕਰਨ ਦਾ ਕੰਮ ਕਰਦੇ ਹੋ। ਮੈਂ ਰਿਲੇਟਡ ਫਿਰ ਇੱਕ ਵਾਰ ਸਾਰਿਆਂ ਨੂੰ ਵਿਸਾਖੀ ਦੀ ਵਧਾਈ ਦਿਆਂਗਾ, ਪੂਰੇ ਵਿਸ਼ਵ ਭਰ ਦੀਆਂ ਸਮੂਹ ਸੰਗਤਾਂ ਨੂੰ, ਕਿਉਂਕਿ ਕੱਲ ਸਾਨੂੰ ਵਿਸਾਖੀ ਦੇ ਮੌਕੇ ਤੇ ਇੱਕ ਬੜਾ ਵੱਡਾ ਸਰਕਾਰ ਨੇ ਤੋਹਫਾ ਦਿੱਤਾ ਹੈ, ਜਿਸ ਨਾਲ ਸਾਡੇ ਵੱਡੇ ਵੀਰ ਦੇਵਿੰਦਰ ਸਿੰਘ ਰਾਣਾ ਜੀ, ਸੀਨੀਅਰ ਨੇਤਾ ਬੀਜੇਪੀ, ਜਿਨ੍ਹਾਂ ਨੇ ਦੱਸਿਆ ਹੈ ਕਿ ਇਸ
ਟਰਾਂਸਪੋਰਟ ਖਿੱਤਾ ਜਿਹੜਾ ਹੈ ਇੱਕ ਮਰਨ ਦੀ ਕਗਾਰ ਤੇ ਕਾਂਗਾ ਮੈਂ ਪਹੁੰਚ ਚੁੱਕਿਆ ਸੀ। ਇਹ ਟਰਾਂਸਪੋਰਟ ਇੰਡਸਟਰੀ ਹਾਲਾਂਕਿ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਮਗਰ ਕਿਤੇ ਨਾ ਕਿਤੇ JKUT ਟਰਾਂਸਪੋਰਟ ਇੰਡਸਟਰੀ ਜਿਹੜੀ ਸੀ ਕਿਤੇ ਨਾ ਕਿਤੇ ਡਾਊਨਫਾਲ ਹੋ ਰਿਹਾ ਸੀ, ਡਾਊਨ ਤੇ ਜਾ ਰਹੀ ਸੀ। ਉਹ ਸਾਡੀ ਬਾਂਹ ਫੜੀ ਹੈ ਹੋਨੇਬਲ ਲੈਫਟੀਨੈਂਟ ਗਵਰਨਰ ਸਾਹਿਬ ਨੇ, ਮਨੋਜ ਸਿਨਹਾ ਸਾਹਿਬ ਨੇ ਸਾਨੂੰ ਇੱਕ ਨਵੀਂ ਜਾਨ ਦਿੱਤੀ ਹੈ, ਸਾਡੇ 'ਚ ਨਵੀਂ ਜਾਨ ਫੂਕੀ ਹੈ। ਅਸੀਂ ਸਮੂਹ ਆਲ JKUT ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੀ ਤਰਫੋਂ ਔਰ ਸਮੂਹ ਯੂਨੀਅਨ ਦੀ ਤਰਫੋਂ ਅਸੀਂ ਜਿੱਥੇ ਹੋਨੇਬਲ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸਾਹਿਬ ਦਾ ਧੰਨਵਾਦ ਕਰਦੇ ਹਾਂ, ਉੱਥੇ ਹੀ ਦਵਿੰਦਰ ਸਿੰਘ ਰਾਣਾ ਜੀ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਕੰਧੇ ਨਾਲ ਕੰਧਾ ਮਿਲਾ ਕੇ ਸਾਡੇ ਨਾਲ ਚਲੇ, ਕਿਉਂਕਿ ਅਸੀਂ 5-6 ਦਿਨ ਪਹਿਲੇ ਇਹਨਾਂ ਕੋਲ ਸਾਰੇ ਇਕੱਠੇ ਹੋ ਕੇ ਆਏ ਸਾਂ ਕਿ ਇਹ ਪ੍ਰੋਬਲਮ ਆ ਰਹੀ ਹੈ। LG ਸਾਹਿਬ ਨੇ ਵੀ ਫਾਈਲਾਂ ਮਾਰਕ ਕਰਕੇ ਭੇਜੀਆਂ ਸਨ, ਕਿਤੇ ਨਾ ਕਿਤੇ ਰੁਕ ਰਹੀਆਂ ਸਨ, ਮਗਰ ਉਹ ਸਾਡਾ ਬੜਾ ਵੱਡਾ ਸਾਥ ਰਾਣਾ ਸਾਹਿਬ ਨੇ ਵੀ ਦਿੱਤਾ। ਔਰ ਅਸੀਂ ਇੱਕ ਵਾਰ ਫਿਰ ਤੋਂ ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੀ ਤਰਫੋਂ ਹੋਨੇਬਲ LG ਸਾਹਿਬ ਦਾ, ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਮੈਂ ਇੱਕ ਵਾਰ ਫਿਰ ਕਹਾਂਗਾ ਮਰਦੀ ਹੋਈ ਇਸ ਟਰਾਂਸਪੋਰਟ ਇੰਡਸਟਰੀ ਨੂੰ ਫਿਰ ਆਕਸੀਜਨ ਦਿੱਤੀ ਹੈ। क्या मांगे क्या कहती ਸਭ ਤੋਂ ਵੱਡੀ ਸਾਡੀ ਜਿਹੜੀ ਸੀ ਇੱਕ ਬੜੀ ਪੈਂਡਿੰਗ ਡਿਮਾਂਡ ਚੱਲ ਰਹੀ ਸੀ, ਉਹ ਸੀ ਫਿਟਨੈਸ ਦੀ। 15 ਸਾਲ ਤੋਂ ਲਾਈਫ ਤੋਂ ਉੱਪਰ ਦੀ ਜਿਹੜੀ ਗੱਡੀ ਹੈ, ਉਸ ਗੱਡੀ ਦੀ ਸਾਲ ਦੇ ਵਿੱਚ 2 ਵਾਰ ਫਿਟਨੈਸ ਹੋ ਰਹੀ ਸੀ। ਸਾਡੀ ਡਿਮਾਂਡ ਸੀ ਕਿ ਅਗਰ ਸਾਲ ਦੇ ਵਿੱਚ 2 ਵਾਰ ਫਿਟਨੈਸ ਹੋ ਰਹੀ ਹੈ, ਫੀ ਇੱਕ ਵਾਰ ਲਈ ਜਾਏ ਜਾਂ ਸਾਲ ਦੀ ਫਿਟਨੈਸ ਇੱਕ ਵਾਰ ਕੀਤੀ ਜਾਏ। ਉਹ ਸਾਡੀ ਡਿਮਾਂਡ ਜਿਹੜੀ ਸਭ ਤੋਂ ਵੱਡੀ ਔਰ ਪੈਂਡਿੰਗ ਡਿਮਾਂਡ ਸੀ, ਉਹ ਕੱਲ ਉਹਨਾਂ ਨੇ ਆਰਡਰ ਕੱਢ ਦਿੱਤਾ ਹੈ। 6 ਮਹੀਨੇ ਦੀ ਜਿਹੜੀ ਪਹਿਲੀ ਵਾਰ 6 ਮਹੀਨੇ ਦੀ ਫਿਟਨੈਸ ਹੋਏਗੀ, ਉਸ ਦੀ ਇੱਕ ਵਾਰ ਫੀ ਲਈ ਜਾਏਗੀ। ਸੈਕੰਡ ਟਾਈਮ ਜਿਸ ਟਾਈਮ 6 ਮਹੀਨੇ ਤੋਂ ਬਾਅਦ ਦੁਬਾਰਾ ਫਿਟਨੈਸ ਹੋਏਗੀ, ਦੀ ਸਿਰਫ ਓਨਲੀ 100 ਰੁਪੀਸ ਉਹਨਾਂ ਨੇ ਫੀ ਰੱਖੀ ਹੈ। ਸਾਨੂੰ ਉਹ ਜਿਹੜੀ ਹੈ ਸਮਝ ਲਓ ਸਾਨੂੰ ਡਬਲ ਫੀ ਪੈ ਰਹੀ ਸੀ, ਇੱਕ ਫੀ ਉਹਨਾਂ ਨੇ ਸਾਨੂੰ ਮਾਫ ਕੀਤੀ ਹੈ। ਉਸ ਤੋਂ ਬਾਅਦ ਸਭ ਤੋਂ ਵੱਡਾ ਸਾਡਾ ਜਿਹੜਾ ਇਸ ਟਾਈਮ ਸੈਂਸਿਟਿਵ ਇਸ਼ੂ ਸੀ, ਉਹ ਸੀ ਪੈਸੇਂਜਰ ਟੈਕਸ। ਮੈਂ ਪਹਿਲੇ ਵੀ ਕਿਹਾ ਕਿ ਪੈਸੇਂਜਰ ਟੈਕਸ ਹਮੇਸ਼ਾ ਅਸੀਂ ਪੈਸੇਂਜਰ ਕੋਲੋਂ ਲੈ ਕੇ ਦੇਣਾ ਹੁੰਦਾ ਹੈ। ਸਤੰਬਰ 2022 ਨੂੰ ਆਨਲਾਈਨ ਹੋਣ ਦੇ ਕਾਰਨ ਪੈਸੇਂਜਰ ਟੈਕਸ ਸਾਡੇ ਕੋਲੋਂ ਐਡਵਾਂਸ ਲਿਆ ਜਾ ਰਿਹਾ ਸੀ, ਮਗਰ ਕੰਪਿਊਟਰ 1 ਸਾਲ ਦਾ ਐਡਵਾਂਸ ਚੁੱਕ ਰਿਹਾ ਸੀ। ਅਸੀਂ ਇਹਨਾਂ ਨੂੰ ਗੁਜ਼ਾਰਿਸ਼ ਕੀਤੀ ਸੀ ਕਿ ਸਾਨੂੰ ਕੁਆਟਰਲੀ ਤੌਰ ਤੇ ਸਾਨੂੰ ਕਰ ਦਿਓ, ਅਸੀਂ ਕੁਆਟਰ ਦਾ ਐਡਵਾਂਸ ਦਿਆ ਕਰਾਂਗੇ। ਉਹ ਵੀ ਇਹਨਾਂ ਨੇ ਨੋਟੀਫਿਕੇਸ਼ਨ ਕੱਢ ਦਿੱਤੀ ਹੈ, ਆਰਡਰ ਕੱਢ ਦਿੱਤਾ ਹੈ। ਉਸ ਤੋਂ ਬਾਅਦ ਸਾਡਾ ਕਸ਼ਮੀਰ ਦਾ ਇੱਕ ਮੇਨ ਮੁੱਦਾ ਸੀ ਇਲੀਗਲ ਆਪਰੇਸ਼ਨ ਆਫ SRTC ਬੱਸਿਸ, ਉਹ ਟੀਮ ਬਣਾ ਲਈ ਹੈ ਹੋਨੇਬਲ ਲੈਫਟੀਨੈਂਟ ਗਵਰਨਰ ਸਾਹਿਬ ਨੇ। ਈ ਰਿਕਸ਼ਾ ਦਾ ਮੁੱਦਾ ਸੀ, ਉਹ ਵੀ ਤੁਸੀਂ 4-5 ਦਿਨ ਪਹਿਲੇ ਦੇਖਿਆ ਹੋਣਾ, ਅਸੀਂ DC ਮੈਮ ਕੋਲ ਬੈਠੇ ਸਾਂ। ਮਤਲਬ ਮੈਂ ਇਹ ਕਹਾਂਗਾ ਕਿ LG ਮਨੋਜ ਸਿਨਹਾ ਸਾਹਿਬ ਦੀ ਇੰਸਟਰਕਸ਼ਨ ਤੇ ਉਹਨਾਂ ਦੀ ਟੀਮ ਨੇ ਇਸ ਵਾਰ ਸਾਡੀ ਉਹ ਬਾਂਹ ਫੜੀ ਹੈ, ਸਾਨੂੰ ਇੱਕ ਜ਼ਿੰਦਗੀ ਦਿੱਤੀ ਹੈ। ਔਰ ਅਸੀਂ ਪੂਰੀ ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੀ ਤਰਫੋਂ ਦਿਲ ਦੀ ਗਹਿਰਾਈਆਂ 'ਚੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਨਾਲ ਹੀ ਰਾਣਾ ਸਾਹਿਬ ਦਾ ਅਸੀਂ ਬਾਰ-ਬਾਰ ਧੰਨਵਾਦ ਕਰਦੇ ਹਾਂ, ਕਿਉਂਕਿ ਅਸੀਂ ਇਹਨਾਂ ਕੋਲ ਹੈਲਪ ਮੰਗਣ ਆਏ ਸਾਂ, ਇਹ ਸਾਡੇ ਨਾਲ ਖੜੇ ਹੋਏ। ਇਹਨਾਂ ਉਸ ਦਿਨ ਵੀ LG ਸਾਹਿਬ ਨੂੰ ਬੇਨਤੀ ਕੀਤੀ ਔਰ ਪੂਰਾ 2 ਦਿਨ ਸਾਡੇ ਪੂਰੇ ਟੱਚ ਵਿੱਚ ਰਹੇ। ਦਿਨ ਦੇ 15-15 ਫੋਨ ਕਰਦੇ ਰਹੇ, ਫਾਈਲ ਇੱਥੇ ਪਹੁੰਚੀ ਹੈ, ਹੋਣ ਵਾਲਾ ਹੈ, ਇਹ ਹੋ ਜਾਏਗਾ। ਅਸੀਂ ਸਾਰੇ ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਤਰਫੋਂ ਫਿਰ ਤੋਂ ਰਾਣਾ ਸਾਹਿਬ ਦਾ ਧੰਨਵਾਦ ਕਰਦੇ ਹਾਂ। ਮਾਤਾ ਕੀ ਜਿਹੜੇ ਖੜੇ ਹੋਣਾ ਘੇਰਾ थोड़ा पीछे आइए भैया, थोड़ा पीछे आइए ना, थोड़ा पीछे आइए। राणा साहब जिंदाबाद, राणा साहब जिंदाबाद, राणा साहब जिंदाबाद, LG साहब जिंदाबाद, LG साहब जिंदाबाद, LG साहब जिंदाबाद, चेयरमैन साहब जिंदाबाद, चेयरमैन साहब जिंदाबाद, चेयरमैन साहब जिंदाबाद। भारत
ਫਤਿਹ। ਹੁਣ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੀ ਆਇਆਂ ਨੂੰ ਕਰਦਾ। ਜਿੱਦਾਂ ਕਿ ਆਪਾਂ ਜਾਣਦੇ ਹਾਂ ਕਿ ਟਰਾਂਸਪੋਰਟ ਖੇਤਰ ਦੇ ਵਿੱਚ ਕੁਝ ਦਿਨ ਪਹਿਲੇ ਮੈਮੋਰੈਂਡਮ ਦਿੱਤੇ ਗਏ ਸੀ ਤੇ ਕੀ ਕੁਝ ਨਿਕਲ ਕੇ ਸਾਹਮਣੇ ਆਇਆ, ਆਓ ਉਹਨਾਂ ਨਾਲ ਖਾਸ ਗੱਲਬਾਤ ਕਰਦੇ ਹਾਂ। ਆਪ ਜੀ ਦਾ ਸਾਰਿਆਂ ਦਾ ਹੀ ਹੁਣ ਚੈਨਲ ਤੇ ਜੀ ਆਇਆਂ ਨੂੰ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਚਾਹਾਂਗਾ ਕਿ ਜਿਹੜੇ ਕਿ ਮੁੱਦੇ ਸਾਹਮਣੇ ਨਿਕਲ ਕੇ ਆਏ ਟਰਾਂਸਪੋਰਟ ਖੇਤਰ ਦੇ ਵਿੱਚ ਉਹ ਕੀ ਹਨ, ਜਿਨ੍ਹਾਂ ਨੂੰ ਮੈਂ ਦੇਖ ਰਿਹਾ ਕਿ ਕਾਫੀ ਖੁਸ਼ਹਾਲ ਚਿਹਰੇ ਨੇ ਅੱਜ, ਤੇ ਕੀ ਕੁਝ ਨਿਕਲ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਜੋ ਫਤਿਹ। ਬੋਲੇ ਸੋ ਨਿਹਾਲ। ਸਰਦਾਰ ਸਾਹਿਬ, ਤੁਹਾਡੇ ਜ਼ਰੀਏ ਸਾਰੀ ਪੰਜਾਬੀ ਜਿੰਨੀ ਵੀ ਸਾਡੀ ਇੱਥੇ ਭਰਾ ਹਨ ਉਹਨਾਂ ਨੂੰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ। ਆਲ ਜੰਮੂ ਐਂਡ ਕਸ਼ਮੀਰ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਰਜੀਤ ਸਿੰਘ, ਭਰਾ ਸਰਦਾਰ ਰਜੀਤ ਸਿੰਘ ਉਹਨਾਂ ਨੂੰ ਤੇ ਇਹਨਾਂ ਦੇ ਸਾਰੇ ਸਾਥੀਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਟਰਾਂਸਪੋਰਟ ਇੰਡਸਟਰੀ ਜਿਹੜੀ ਬਿਲਕੁਲ ਮੁੱਕੀ ਦੀ ਸੀਗੀ, ਉਹਦੇ 'ਚ ਜ਼ਿੰਦਾ ਆਉਣ ਦੇ ਵਿੱਚ ਅੱਜ ਇਹਨਾਂ ਦੀ ਮਿਹਨਤ ਨਾਲ ਸ਼ੁਕਰੀਆ ਕਰਨਾ ਮੈਂ ਲੈਫਟੀਨੈਂਟ ਗਵਰਨਰ ਮਾਨਨੀय ਮਨੋਜ ਸਿਨਹਾ ਜੀ ਦਾ। ਉਹਨਾਂ ਨੇ ਨਵੀਂ ਰੂਹ ਫੂਕੀ ਹੈ ਟਰਾਂਸਪੋਰਟ ਇੰਡਸਟਰੀ 'ਚ। ਮੁਰਦਾ ਹੋਣ ਦੀ ਕਗਾਰ 'ਤੇ ਆ ਗਈ ਸੀ ਟਰਾਂਸਪੋਰਟ ਇੰਡਸਟਰੀ, ਅੱਜ ਇੱਕ ਨਵੀਂ ਰੂਹ ਫੂਕੀ ਹੈ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸਾਹਿਬ ਨੇ। ਤਾਰੀਖੀ ਫੈਸਲੇ ਲੈ ਕੇ, ਐਸੇ ਫੈਸਲੇ ਜਿਨ੍ਹਾਂ ਨਾਲ ਇੰਡਸਟਰੀ ਜਿਹੜੀ ਹੈ ਟਰਾਂਸਪੋर्ट ਦੀ ਦੁਬਾਰਾ ਰਿਵਾइव होएगी। और आल जम्मू कश्मीर ट्रांसपोर्ट वेलफेयर एसोसीएशन में मुबारकबाद देना चाहना कि किस तरह का इन्होंने समन्वय बना के आपस में एक जोड़ बना के इकट्ठ हो के अपना एक कंसेंसस बना के इन्हों की अध्यक्षता अजीत सिंह उन्होंने एक तरीके नाल इस मसले नूं गवर्नर साहब को रखा। और गवर्नर साहब हमेशा लोक हित च काम करते हैं। भाजपा ਇਹਨਾਂ ਦੇ ਨਾਲ ਇਸ ਮੁੱਦੇ 'ਤੇ ਪੂਰੀ ਤਰ੍ਹਾਂ ਖੜੋਤੀ। ਸਾਡਾ ਟਰਾਂਸਪੋਰਟ ਸੈੱਲ ਹੈ ਉਹ ਪੂਰੀ ਤਰ੍ਹਾਂ ਖੜੋਤਾ, ਅਸੀਂ ਸਾਰੇ ਇਹਨਾਂ ਦੇ ਨਾਲ ਖੜੋਤੇ। ਔਰ ਮੈਂ ਗਵਰਨਰ ਸਾਹਿਬ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ, ਇਹਨਾਂ ਸਾਰਿਆਂ ਸਾਥੀਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਇਹਨਾਂ ਨੇ ਟਰਾਂਸਪੋਰਟ ਇੰਡਸਟਰੀ ਨੂੰ ਜ਼ਿੰਦਾ ਕਰਨ 'ਚ ਬਹੁਤ ਵੱਡਾ ਯੋਗਦਾਨ ਦਿੱਤਾ। ਮੈਂ ਕਹਿੰਦਾ ਵਾਹਿਗੁਰੂ ਅੱਗੇ ਇਹੋ ਅਰਦਾਸ ਕਰਨਾ ਕਿ ਆਉਣ ਵਾਲੇ ਵਕਤ 'ਚ ਜੰਮੂ ਕਸ਼ਮੀਰ ਦੀ ਟਰਾਂਸਪੋਰਟ ਇੰਡਸਟਰੀ ਉੱਥੇ ਹੀ ਉਸੇ ਅਰੂਜ 'ਤੇ ਪਹੁੰਚੇ ਜਿੱਥੇ ਸੀਗੀ ਅੱਜ ਤੋਂ 20 ਸਾਲ ਪਹਿਲੇ, ਤਾਂ ਕਿ ਜੰਮੂ ਕਸ਼ਮੀਰ ਦੀ ਮਿਸਾਲ ਟਰਾਂਸਪੋਰਟ ਦੇ ਮਾਮਲੇ 'ਚ ਪੂਰੇ ਹਿੰਦੁਸਤਾਨ ਵਿੱਚ ਦਿੱਤੀ ਜਾਏ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਪੁਆਇੰਟ ਮੈਂ ਚਾਹਾਂਗਾ ਕਿ ਤੁਸੀਂ ਇਲੈਬੋਰੇਟ ਕਰ ਦਿਓ, ਕਿਹੜੇ ਪੁਆਇੰਟ ਹਨ ਓਵਰਵਿਊ, ਤਾਂ ਕਿ ਜਿਹੜੇ ਦਰਸ਼ਕ ਸੁਣਨ ਵਾਲੇ ਨੇ ਉਹਨਾਂ ਤੱਕ ਇਹ ਓਵਰਵਿਊ ਪੁੱਜ ਜਾਏ ਕਿ ਕਿਹੜੀ ਜਿਹੜੀ ਡਿਮਾਂਡਸ ਨੇ ਉਹ ਫੁੱਲਫਿਲ ਕੀਤੀ ਗਈ ਹੈ। ਸਭ ਤੋਂ ਪਹਿਲਾਂ ਤਾਂ ਸਾਡਾ ਇੱਕ ਜਿਹੜਾ ਮੇਨ ਇਸ਼ੂ ਸੀ ਉਹ ਸੀ ਕਿ ਪੈਸੇਂਜਰ ਟੈਕਸ ਐਡਵਾਂਸ ਚੁੱਕ ਰਿਹਾ ਸੀ ਕੰਪਿਊਟਰ, 1 ਸਾਲ ਦਾ ਐਡਵਾਂਸ ਲੈ ਰਿਹਾ ਸੀ। ਉਸ ਦੀ ਕਰਕੇ ਸਾਡੀ ਗੱਡੀਆਂ ਖੜੀ ਹੋ ਰਹੀਆਂ ਸਨ, ਕਿਉਂਕਿ ਮਾਰਚ ਲਾਸਟ ਦੇ ਵਿੱਚ ਹਮੇਸ਼ਾ ਗੱਡੀਆਂ ਦੇ ਡਾਕੂਮੈਂਟਸ ਅਪਡੇਟ ਕਰਨੇ ਹੁੰਦੇ ਨੇ। ਉਦੋਂ ਵੀ ਬੰਦੇ ਦਾ 1.5-2.5 ਲੱਖ ਰੁਪਏ ਉਹ ਲੱਗਦਾ। ਅਗਰ ਤੁਸੀਂ ਐਡਵਾਂਸ 1 ਸਾਲ ਦਾ ਟੈਕਸ ਹੋਰ ਦੇਣ ਜਾਓਗੇ ਤੇ ਉਹ ਤੁਹਾਨੂੰ ਡਬਲ ਮਾਰ ਹੋਗੀ। ਉਹ ਅਸੀਂ ਮੰਗ ਰੱਖੀ ਸੀ ਕਿ ਉਹ ਜਿਹੜਾ ਐਡਵਾਂਸ ਸਾਲ ਦਾ ਟੈਕਸ ਹੈ ਕੁਆਟਰਲੀ ਕਰਕੇ ਲਿਆ ਜਾਏ। ਉਹ ਗਵਰਨਮੈਂਟ ਨੇ ਆਰਡਰ ਕੱਢ ਲਿਆ, ਉਹ ਕੁਆਟਰਲੀ ਕਰਕੇ ਹੀ ਲਿਆ ਜਾਏਗਾ। ਸਾਡੀ ਮੰਗ ਦੇ ਅਨੁਸਾਰ ਕੁਆਟਰਲੀ ਕਰਕੇ ਹੀ ਲਿਆ ਜਾਏਗਾ। ਇਹਦੀ ਕਰਕੇ ਅਸੀਂ ਆਨਰੇਬਲ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ। ਉਸ ਤੋਂ ਬਾਅਦ ਸਾਡੀ ਜਿਹੜੀ ਮੇਨ ਇੱਕ ਬੜੀ ਪੁਰਾਣੀ ਪੈਂਡਿੰਗ ਡਿਮਾਂਡ ਚੱਲ ਰਹੀ ਸੀ ਕਿ 15 ਸਾਲ ਲਾਈਫ ਦੀ ਜਿਹੜੀ ਗੱਡੀ ਹੈ, 15 ਸਾਲ ਤੋਂ ਬਾਅਦ ਫਿਟਨੈਸ ਫੀ ਉਹ ਜਿਹੜੀ ਹਾਈ ਕੀਤੀ ਗਈ ਸੀ 1600%। ਉਹ ਮਗਰ ਆਲ ਓਵਰ ਇੰਡੀਆ 'ਚ ਪੂਰੇ ਭਾਰਤ ਵਰਸ਼ ਦੇ ਵਿੱਚ ਸਾਲ ਦੇ ਵਿੱਚ ਇੱਕ ਵਾਰ ਉਹ ਫਿਟਨੈਸ ਕੀਤੀ ਜਾ ਰਹੀ ਸੀ। ਮਗਰ ਜੰਮੂ ਕਸ਼ਮੀਰ JK UT ਦੇ ਵਿੱਚ ਸਾਲ ਵੀ 2 ਵਾਰ ਹੋ ਰਹੀ ਸੀ। ਮਤਲਬ ਸਾਨੂੰ 3200% ਜਿਹੜੀ ਹੈ ਫੀਸ ਹਾਈਕ ਹੋ ਗਈ ਸੀ। ਉਹ ਅਸੀਂ ਇਹ ਰੱਖਿਆ ਸੀ ਕਿ ਜਾਂ ਤਾਂ ਸਾਲ ਦੀ ਇੱਕ ਵਾਰ ਫਿਟਨੈਸ ਹੋਏ ਜਾਂ ਸਾਲ ਦੀ 2 ਵਾਰ ਹੋਏ ਤੇ ਫੀ ਇੱਕ ਵਾਰ ਲਈ ਜਾਏ। ਉਹ ਸਾਡੀ ਗੱਲ ਮੰਨ ਲਈ ਗਈ ਹੈ। ਜਿਹੜੀ ਪਹਿਲੀ ਵਾਰ 6 ਮਹੀਨੇ ਦੀ ਫਿਟਨੈਸ ਹੋਏਗੀ ਉਹਦੀ ਫੀ ਲੱਗੇਗੀ। ਸੈਕੰਡ ਟਾਈਮ ਓਨਲੀ 100 ਰੁਪੀਜ਼ ਰੈਵਨਿਊ ਲੱਗੇਗਾ। ਉਹ ਸਾਡੀ ਫੀ ਜਿਹੜੀ ਹੈ ਸਮਝ ਲਓ 100% ਮਾਫ ਕਰ ਦਿੱਤੀ ਗਈ ਹੈ। ਉਸ ਤੋਂ ਬਾਅਦ ਈ ਰਿਕਸ਼ਾ ਦਾ ਮੁੱਦਾ ਸੀ, ਇਲੀਗਲ ਬੱਸ ਆਪਰੇਸ਼ਨ ਸੀ ਕਸ਼ਮੀਰ ਦਾ, ਉਹ ਸਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ। ਔਰ ਅਸੀਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ ਦਵਿੰਦਰ ਸਿੰਘ ਰਾਣਾ ਜੀ ਦਾ, ਕਿਉਂਕਿ ਅਸੀਂ 5-6 ਦਿਨ ਪਹਿਲਾਂ ਵੀ ਇਸੇ ਤਰ੍ਹਾਂ ਪੂਰਾ ਇਕੱਠ ਕਰਕੇ ਅਸੀਂ ਹੈਲਪ ਮੰਗਣ ਦੇ ਲਈ, ਸਹਿਯੋਗ ਮੰਗਣ ਦੇ ਲਈ ਦਵਿੰਦਰ ਸਿੰਘ ਰਾਣਾ ਜੀ ਕੋਲ ਆਏ ਸਾਂ। ਇਹਨਾਂ ਨੇ ਸਾਡੇ ਮੁੰਡੇ ਨਾਲ ਮੁੰਡਾ ਲਗਾ ਕੇ ਇਸ ਟਰਾਂਸਪੋਰਟ ਖਿੱਤੇ ਨੂੰ, ਜਿੱਥੇ ਆਨਰੇਬਲ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸਾਹਿਬ ਨੇ ਜਾਨ ਫੂਕੀ ਹੈ, ਸਾਨੂੰ ਇੱਕ ਖਾਈ ਦੇ ਵਿੱਚੋਂ ਬਾਂਹ ਫੜ ਕੇ ਸਾਡੀ ਖਿੱਚ ਕੇ ਬਾਹਰ ਲਿਆਂਦਾ ਹੈ। ਔਰ ਸਾਨੂੰ ਵਿਸਾਖੀ ਦਾ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਹੈ। ਉਸੇ ਅਸੀਂ ਪੂਰੇ ਆਲ JK ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੀ ਤਰਫੋਂ, ਜਿੱਥੇ ਆਨਰੇਬਲ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸਾਹਿਬ ਦਾ ਧੰਨਵਾਦ ਕਰਦੇ ਹਾਂ, ਉੱਥੇ ਹੀ ਸਾਡੇ ਵੱਡੇ ਵੀਰ ਜਿਨ੍ਹਾਂ ਨੂੰ ਸਾਡੇ ਪੂਰੇ ਜੰਮੂ ਕਸ਼ਮੀਰ ਦੀ ਆਵਾਮ ਨੂੰ ਮਾਣ ਹੈ, ਕਿਉਂਕਿ ਸਾਨੂੰ ਪਤਾ ਹੈ ਇੱਕ ਐਸਾ ਘਰ ਹੈ ਜਿੱਥੇ ਅਸੀਂ ਕੋਈ
ਵੀ ਪ੍ਰੋਬਲਮ ਲੈ ਕੇ ਆਉਂਦੇ ਹਾਂ, ਸਾਡੀ ਸੁਣਵਾਈ ਹੁੰਦੀ ਹੈ। ਇਹ ਪਿਛਲੇ 5-6 ਦਿਨਾਂ ਦੇ ਵਿੱਚ ਸਾਡੇ ਨਾਲ ਪੂਰੇ ਰਾਬਤੇ 'ਚ ਰਹੇ, ਦਿਨ ਦੀਆਂ 15 ਵਾਰ ਗੱਲ ਹੁੰਦੀ ਰਹੀ ਔਰ ਪੂਰੀ ਫਾਈਲ ਨੂੰ ਫਾਲੋ ਕਰਦੇ ਰਹੇ। ਅਸੀਂ ਇੱਕ ਵਾਰ ਫਿਰ ਤੋਂ ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਤਰਫੋਂ ਦਵਿੰਦਰ ਸਿੰਘ ਰਾਣਾ ਜੀ ਦਾ ਔਰ ਜੰਮੂ ਕਸ਼ਮੀਰ ਦਾ ਰਾਜਾ, ਅਸੀਂ ਪ੍ਰਜਾ, ਸਾਡੇ ਰਾਜਾ ਇਸ ਵਕਤ ਹੋਨੇਬਲ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸਾਹਿਬ ਹਨ, ਅਸੀਂ ਆਪਣੇ ਰਾਜਾ ਹੋਨੇਬਲ ਲੈਫਟੀਨੈਂਟ ਮਨੋਜ ਸਿਨਹਾ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਟਰਾਂਸਪੋਰਟ ਇੰਡਸਟਰੀ ਦੇ ਵਿੱਚ ਇੱਕ ਨਵੀਂ ਜਾਨ ਫੂਕੀ ਹੈ। ਚਲੋ ਅਸੀਂ ਗੁਰੂ ਮਹਾਰਾਜ ਦੇ ਗਾੜੀ ਅਰਦਾਸ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਅੱਜ ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਬੈਨਰ ਥੱਲੇ ਅਸੀਂ ਟਰਾਂਸਪੋਰਟਰ ਸਾਰੇ ਇਕੱਠੇ ਹਾਂ, ਇਹ ਇਕੱਠੇ ਦਾ ਹੀ ਇੱਕ ਜੁੱਟ ਦਾ ਹੀ ਨਤੀਜਾ ਹੈ ਕਿ ਅੱਜ ਸਾਡੇ ਕੰਮ ਜਿਹੜੇ ਹਨ ਸਾਰਿਆਂ ਦੇ ਨਾਲ ਸਹਿਯੋਗ ਦੇ ਨਾਲ ਹੋਏ ਨੇ। ਅਰਦਾਸ ਬੇਨਤੀ ਕਰਦੇ ਹਾਂ ਕਿ ਅੱਗੇ ਵੀ ਇਸੇ ਤਰ੍ਹਾਂ ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦਾ ਆਪਸੀ ਏਕਤਾ, ਇਹ ਸਾਡਾ ਭਾਈਚਾਰਾ, ਕਿਉਂਕਿ ਇਹਦੇ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ ਅਸੀਂ ਸਾਰੇ ਹਾਂ, ਇਹ ਸਾਡਾ ਆਪਸੀ ਬਲਾਦਰੀ ਭਾਈਚਾਰਾ ਜਿਹੜਾ ਪਿਆਰ ਮੁਹੱਬਤ ਜਿਹੜਾ ਇਸੇ ਤਰ੍ਹਾਂ ਬਣਿਆ ਰਹੇ। ਤੇ ਮੈਂ ਇੱਕ ਵਾਰ ਫਿਰ ਤੋਂ ਸਮੂਹ ਮੀਡੀਆ ਸੱਜਣਾ ਦਾ ਵਿਸ਼ੇਸ਼ ਤੌਰ ਤੇ ਸਾਡੇ ਵੀਰ ਬੇਅੰਤ ਸਿੰਘ ਜੀ ਜਿਨ੍ਹਾਂ ਹੋਣ ਡਿਜੀਟਲ ਚੈਨਲ ਹੈ ਔਰ ਸਾਡੇ ਸਮੂਹ ਮੀਡੀਆ ਜਨਾਂ ਦਾ, ਜਿਹੜੇ ਮੈਂ ਹਮੇਸ਼ਾ ਕਹਿੰਦਾ ਕਿ ਸਰਕਾਰ ਔਰ ਆਵਾਮ ਦੇ ਵਿੱਚ ਕਮਿਊਨੀਕੇਸ਼ਨ ਗੈਪ ਨੂੰ ਤੁਸੀਂ ਭਰਦੇ ਹੋ, ਅੱਜ ਵੀ ਤੁਸੀਂ ਉਹ ਡਿਊਟੀ ਕਰ ਰਹੇ ਹੋ। ਇੱਕ ਵਾਰ ਤੁਹਾਡੇ ਸਾਰਿਆਂ ਦੇ ਫਿਰ ਤੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ। ਤੁਸੀਂ ਸੁਣ ਰਹੇ ਸੋ ਇਸ ਵਕਤ ਸਰਦਾਰ ਅਜੀਤ ਸਿੰਘ ਜੀ ਚੇਅਰਮੈਨ ਜਿਹੜੇ ਹੈਗੇ ਨੇ ਆਲ ਇੰਡੀਆ ਟਰਾਂਸਪੋਰਟ ਯੂਨੀਅਨ ਦੇ। ਇਹ ਜਿਹੜਾ ਕਿ ਅੱਜ ਹੁਣੇ ਤੁਸੀਂ ਲਾਈਵ ਕਾਨਫਰੰਸ ਸੁਣ ਰਹੇ ਸੋ, ਉਸ ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਮੇਨ ਸਾਹਮਣੇ ਨਿਕਲ ਕੇ ਆਈਆਂ ਹੈਗੀਆਂ ਨੇ। ਜਿਹੜਾ ਪਹਿਲਾ ਮੁੱਦਾ ਹੈਗਾ ਉਹ ਹੈ ਪਰਮਿਟ ਦਾ, ਜਿਹੜੀ ਕਿ 올ਡ ਵਹੀਕਲ ਐਂਡ 50 ਈਅਰਸ ਜਿਨ੍ਹਾਂ ਨੂੰ ਹੋ ਜਾਂਦੇ ਨੇ, ਪਹਿਲੇ ਉਹਨਾਂ ਦੀ 6 ਮਹੀਨੇ ਦਾ ਟੈਕਸ ਕਟਾਉਂਦਾ ਸੀ, ਉਹਨੂੰ 6 ਮਹੀਨੇ ਬਾਅਦ ਉਹਨਾਂ ਨੂੰ ਰਿਵਾਈਵ ਕਰਨਾ ਪੈਂਦਾ ਸੀ। ਲੇਕਿਨ ਹੁਣ ਗੌਰਮੈਂਟ ਨੇ ਜਿਹੜੀ ਸੈਕਿੰਡ ਟਾਈਮ ਫੀ ਹੋਏਗੀ ਉਹ ਬਿਲਕੁਲ 100% ਮਾਫ ਕਰ ਦਿੱਤੀ ਹੈ। ਇਹ ਕਿ ਬਹੁਤ ਵੱਡਾ ਜਿਹੜਾ ਇਸ ਟਾਈਮ ਮੈਂ ਕਹਾਂ ਟਰਾਂਸਪੋਰਟਰ ਖੇਤਰ ਦੇ ਵਿੱਚ ਜਿਹੜਾ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਉਹ ਡਿਗਰੇਡ ਹੀ ਹੁੰਦਾ ਜਾ ਰਿਹਾ ਹੈ ਤੇ ਬੜੀ ਇੱਕ ਸੰਤੁਸ਼ਟੀ ਹੋਏਗੀ। ਕਾਫੀ ਹੱਸਦੇ ਹੋਏ ਚਿਹਰੇ ਸਨ। ਇਸ ਵਕਤ ਸਾਡੇ ਨਾਲ ਇੱਕ ਹੋਰ ਆਗੂ ਖੜੇ ਨੇ, ਮੈਂ ਆਪ ਜੀ ਨੂੰ ਵੀ ਹੋਂ ਚੈਨਲ ਦੇ ਉੱਤੇ ਜੀ ਆਇਆਂ ਨੂੰ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਹੁਣ ਚੇਅਰਮੈਨ ਸਾਹਿਬ ਦੱਸ ਰਹੇ ਸੀ ਕਿ ਇਸ ਵਕਤ ਕੀ ਰਿਵਾਈਵ ਕੀਤਾ ਵਾਪਸ ਟਰਾਂਸਪੋਰਟ ਖੇਤਰ ਦੇ ਵਿੱਚ, ਕਾਫੀ ਮੰਗਾਂ ਸਰ ਬੜੇ ਪੁਰਾਣੇ ਲੰਬੇ ਸਮੇਂ ਦੀਆਂ, ਤੇ ਤੁਸੀਂ ਕੀ ਦੇਖਦੇ ਹੋ ਇਹਨਾਂ ਦੇ ਵਿੱਚ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਅਸੀਂ ਐਡਮਿਨਿਸਟ੍ਰੇਸ਼ਨ ਜਿਹੜੀ ਸਾਡੇ ਇਸ LG ਸਾਹਿਬ ਨੇ, ਗਵਰਨਰ ਸਾਹਿਬ, ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਦਾ ਹੀ ਇਹ ਜਿਹੜੇ ਡਿਸੀਜਨ ਹੈ, ਜਿਹੜੇ ਸੈਂਟਰ ਸਰਕਾਰ ਵੱਲੋਂ ਕੁਝ ਫੈਸਲੇ ਸੀ ਉਹਨਾਂ ਵੱਲੋਂ ਲਿੱਤੇ ਜਾਣੇ ਸਨ, ਕੁਝ ਸਟੇਟ ਦੇ ਜਿਹੜੇ ਅਹੁਦੇਦਾਰ ਉਹਨਾਂ ਕੋਲ ਲਿੱਤੇ ਜਾਣੇ ਸਨ। ਇਹਨਾਂ ਸਾਰਿਆਂ ਨੇ ਅਪਰੋਚ ਕੀਤੀ ਸੈਂਟਰ ਤੱਕ, ਵਿੱਚ ਵਿਸ਼ੇਸ਼ ਜਿਹੜਾ ਰੋਲ ਦਵਿੰਦਰ ਰਾਣਾ ਜੀ ਔਰ ਉਸ ਤੋਂ ਇਲਾਵਾ ਸਾਡੇ LG ਸਾਹਿਬ ਦਾ ਬਹੁਤ ਵੱਡਾ ਰੋਲ ਰਿਹਾ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਇਹ ਸਾਡੇ ਮਸਲੇ ਕਾਫੀ ਅਰਸੇ ਤੋਂ ਚੱਲਦੇ ਆ ਰਹੇ ਸੀ ਔਰ ਸਾਨੂੰ ਹਰ ਵਾਰੀ ਆਪਣੇ ਮਸਲਿਆਂ ਵਾਸਤੇ ਰੋਣਾ ਤੇ ਆਉਣਾ ਪੈਂਦਾ ਸੀ, ਸਟ੍ਰਾਈਕ ਕਰਨੀ ਪੈਂਦੀ ਸੀ ਔਰ ਸਾਡੀ ਟਕਰਾਅ ਦੀ ਸਥਿਤੀ ਹਮੇਸ਼ਾ ਰਹਿੰਦੀ ਸੀ, ਜਿਹਦੇ ਕਰਕੇ ਆਮ ਜਨਤਾ ਇਸ ਨੂੰ ਝੱਲਦੀ ਸੀ, ਟਰਾਂਸਪੋਰਟਰ ਆਪਣਾ ਨੁਕਸਾਨ ਕਰਦੇ ਸੀ। ਲੇਕਿਨ ਇੱਕ ਬਹੁਤ ਕੰਮ ਐਸਾ ਦੇਖਣ ਨੂੰ ਮਿਲਿਆ ਕਿ ਟਕਰਾਅ ਦੀ ਸਥਿਤੀ ਨੂੰ ਇੱਕ ਪਾਸੇ ਰੱਖਦੇ ਹੋਇਆ ਇੱਕ ਭਾਈਚਾਰੇ ਦੇ ਤੌਰ ਤੇ ਔਰ ਏਕਤਾ ਦੀ ਮਿਸਾਲ ਇੱਥੇ ਪੈਦਾ ਹੋਈ ਹੈ। ਔਰ ਜਿਹੜੇ ਸਾਡੇ ਕੁਝ ਆਪਣੇ ਪਰਸਨਲ ਇਸ਼ੂਜ਼ ਸਨ, ਟਰਾਂਸਪੋਰਟ ਬਲਾਦਰੀ ਭਾਈਚਾਰੇ ਜੀ ਈ ਰਿਕਸ਼ਾ ਦੇ ਸੀਗੇ ਔਰ ਦੂਸਰੇ ਕਾਲੀ ਰਿਕਸ਼ਾ ਦੇ, ਇਹਨਾਂ ਦੀ ਟਕਰਾਅ ਦੀ ਸਥਿਤੀ ਸੀ, ਰੋਜ਼ ਜਾਣੇ ਝਗੜੇ ਹੁੰਦੇ ਸਨ। ਹੁਣ ਮੇਨ ਗੱਲ ਹੈ ਕਿ ਸਾਡੀ ਇਹ ਘਰ ਦੀ ਜਿਹੜੀ ਲੜਾਈ ਹੈ ਉਹ ਖਤਮ ਹੋ ਗਈ ਹੈ। ਨਾਲ ਦੇ ਨਾਲ ਸਰਕਾਰਾਂ ਦਾ ਜਿਹੜਾ ਰੋਲ ਇਹਦੇ ਵਿੱਚ ਬੜਾ ਅੱਛਾ ਪੋਜ਼ਿਟਿਵ ਰੋਲ ਰਿਹਾ ਔਰ ਜਿਹੜੇ ਸਾਡੇ ਆਉਣ ਵਾਲੇ ਸਮੇਂ ਵਿੱਚ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਐਸੀ ਪਾਲਿਸੀ ਤਿਆਰ ਕੀਤੀ ਜਾਏ ਕਿ ਸਾਨੂੰ ਬਾਰ-ਬਾਰ ਰੋਣਾ ਤੇ ਨਾ ਆਉਣਾ ਪਏ, ਪਬਲਿਕ ਹਰਾਸਮੈਂਟ ਨਾ ਹੋਏ ਔਰ ਆਮ ਜਨਤਾ ਵੀ ਸੁਖਾਲੀ ਜਿਹੜਾ ਸਮਾਂ ਆਪਣਾ ਦੇਖੇ। ਔਰ ਅਸੀਂ ਧੰਨਵਾਦ ਇਸ ਮੀਡੀਆ ਦਾ ਕਰਦੇ ਹਾਂ, ਖਾਸ ਕਰਕੇ ਜਿਹੜਾ ਮੀਡੀਆ ਦਾ ਰੋਲ ਉਹ ਹਮੇਸ਼ਾ ਦੇਖਿਆ ਜਾਏ, ਨੈਸ਼ਨਲ ਮੀਡੀਆ ਔਰ ਸਾਡੇ ਜਿਹੜੇ ਏਵਲੇ ਮੀਡੀਆ ਨੇ ਸਾਡੇ ਸਟੇਟ ਦੇ, ਇਹਨਾਂ 'ਚ ਬੜਾ ਅੰਤਰ ਹੈ। ਨੈਸ਼ਨਲ ਮੀਡੀਆ ਹਮੇਸ਼ਾ ਔਰ ਉਹਨਾਂ ਦੀ ਗੱਲ ਕਰਦਾ ਜਿਹੜੇ ਉਹਨਾਂ ਦੇ ਉੱਤੇ ਬੈਠੇ ਦੇ ਜਾਂ ਉਹਨਾਂ ਦੇ ਬਿਕਾਊ ਮੀਡੀਆ ਕਹਿ ਸਕਦੇ, ਗੋਦੀਆਂ ਮੀਡੀਆ ਕਹਿ ਸਕਦੇ ਆ। ਲੇਕਿਨ ਇਹ ਜਿਹੜਾ ਮੀਡੀਆ ਹੈ, ਇਸ ਮੀਡੀਆ ਦੀ ਜਿਹੜੀ ਆਵਾਜ਼ ਨਿਰਪੱਖ ਰਹਿੰਦੀ ਹੈ ਔਰ ਸੱਚ ਦੀ ਗੱਲ ਕਰਦੀ ਹੈ। ਅਸੀਂ ਇਸ ਮੀਡੀਆ ਦਾ ਧੰਨਵਾਦ ਕਰਦੇ ਹਾਂ ਔਰ ਬਹੁਤ ਬਹੁਤ ਧੰਨਵਾਦ ਇੱਕ ਵਾਰੀ LG ਸਾਹਿਬ ਦਾ ਔਰ ਸਾਡੀ ਟਰਾਂਸਪੋਰਟ ਜਿਹੜੀ ਹੈ ਵੈਲਫੇਅਰ ਐਸੋਸੀਏਸ਼ਨ, ਇਹਨਾਂ ਦਾ ਧੰਨਵਾਦ ਕਿਉਂਕਿ ਇਹਨਾਂ ਨੇ ਏਕਤਾ ਦੀ ਮਿਸਾਲ ਦਿੱਤੀ ਹੈ ਔਰ ਅਸੀਂ ਅੱਗੇ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਏਕਤਾ ਬਣਾ ਕੇ ਚੱਲਾਂਗੇ ਔਰ ਸਰਕਾਰਾਂ ਕੋਲ ਜਿਹੜੇ ਬੈਨੀਫਿਟ ਨੇ ਅਸੀਂ ਆਪਣੇ ਜਨਤਾ ਨੂੰ ਟਰਾਂਸਪੋਰਟਰ ਲੈ ਕੇ ਦੇਵਾਂਗੇ। ਧੰਨਵਾਦ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਇਹ ਤੁਸੀਂ ਸੁਣ ਰਹੇ ਸੋ ਬੜੇ ਸੰਖੇਪ ਦੇ ਵਿੱਚ 2-3 ਮਸਲੇ ਜਿਹੜੇ ਸਮਝ ਦੇ ਵੀ ਸਾਹਮਣੇ ਆਏ। ਕਾਫੀ ਮੈਂ ਵੀ ਅਗਰ ਗੱਲ ਕਰਾਂ ਟਰਾਂਸਪੋਰਟਰ ਖੇਤਰ ਦੇ ਵਿੱਚ ਤੇ ਕਾਫੀ ਰੁਚੀ ਰੱਖਦਾ ਕਿਉਂਕਿ ਸਾਡਾ ਵੀ ਬੈਕਗਰਾਉਂਡ ਉਹੀ ਹੈਗਾ। ਸਭ ਤੋਂ ਪਹਿਲਾਂ ਮੇਨ ਚੀਜ਼ 15 ਸਾਲ ਤੋਂ ਬਾਅਦ ਕੋਈ ਵੀ ਜ਼ਿਲ੍ਹੇ ਟਰੱਕ ਦੀ ਫਿਟਨੈਸ ਜਿਹੜੀ ਉਹ ਖਤਮ ਹੋ ਜਾਂਦੀ ਸੀ, 6-6 ਮਹੀਨੇ ਬਾਅਦ ਉਹਨੂੰ ਰਿਵਾਈਵ ਕਰਨਾ ਪੈਂਦਾ। ਤੇ ਅਗਰ ਬਾਕੀ ਹੋਰ ਸਟੇਟਾਂ ਦੀ ਗੱਲ ਕਰਾਂ ਤੇ ਕਾਫੀ ਜ਼ਿਆਦਾ ਟੈਕਸ ਉਸ ਤੋਂ ਜ਼ਿਆਦਾ ਦੁੱਗਣਾ ਕਿਸਮ ਦਾ ਸਾਨੂੰ ਪੇ ਕਰਨਾ ਪੈਂਦਾ ਸੀ। ਲੇਕਿਨ ਹੁਣ ਜਿਹੜਾ ਫਸਟ ਟਾਈਮ ਅਸੀਂ ਪੇ ਕਰਨਾ, ਸੈਕਿੰਡ ਟਾਈਮ ਬਿਲਕੁਲ ਆਲਮੋਸਟ ਫ੍ਰੀ ਹੈ। ਹੋਰ ਕੀ ਕੁਝ ਸਾਹਮਣੇ ਨਿਕਲ ਕੇ ਆਂਦਾ ਉਹ ਵੀ ਤੁਹਾਡੇ ਤੱਕ ਪਹੁੰਚਾ ਕੇ ਇੰਨੇ ਅਲਫਾਜ਼ ਨਾਲ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਈਡ ਹੋ ਬਾਈ।
ਆ ਜਾਾਂਗੇ ਠੀਕ ਹੈ ਵਾਹਿਗੁਰੂ ਜੀ ਸਰ ਓਹ ਤੁਸੀਂ ਸਰ ਨਹੀਂ ਆਪਕਾ ਨੰਬਰ ਬਣਾਓ चलिए ना लोकल यूनियन में चलना ਜਿੱਦਾਂ ਕਿ ਕੁਝ ਮੁੱਦੇ ਆਪ ਜੀ ਸਾਹਮਣੇ ਸਰਦਾਰ ਅਜੀਤ ਸਿੰਘ ਜੀ ਚੇਅਰਮੈਨ ਜਿਹੜੇ ਹੈਗੇ ਨੇ ਉਹਨਾਂ ਨੇ ਵੀ ਰੱਖੇ ਨੇ ਟਰਾਂਸਪੋਰਟ ਦੇ ਖੇਤਰ ਦੇ ਵਿੱਚ। ਉਸ ਦੇ ਵਿੱਚ ਇੱਕ ਹੋਰ ਨਾਮ ਲਿਆ ਗਿਆ ਸੀ ਈ ਰਿਕਸ਼ੇ ਦਾ। ਉਹਨਾਂ ਦੇ ਖੇਤਰ ਨਾਲ ਸੰਬੰਧ ਰੱਖਦੇ ਹੋਏ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਆਗੂ, ਤੇ ਆਪਾਂ ਜਾਣਾਂਗੇ ਕਿ ਉਹਨਾਂ ਦੀ ਕਿਹੜੀ ਗਵਰਨਮੈਂਟ ਨੇ ਜਿਹੜੀ ਮੰਗ ਹੈ ਉਹ ਪੂਰਨ ਕੀਤੀ ਹੈ, ਤਾਂ ਕਿ ਸਾਰਿਆਂ ਤੱਕ ਹੀ ਆਵਾਮ ਤੱਕ ਇਹ ਮੈਸੇਜ ਜਿਹੜਾ ਪੁੱਜ ਸਕੇ। ਆਪ ਜੀ ਸਾਰਿਆਂ ਦਾ ਜੀ ਆਇਆਂ ਨੂੰ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਚਾਹਾਂਗਾ ਕਿ ਦਰਸ਼ਕਾਂ ਤੱਕ ਤੁਸੀਂ ਰੱਖੋ ਕਿ ਕਿਹੜੀ ਡਿਮਾਂਡ ਜਿਹੜੀ ਈ ਰਿਕਸ਼ਾ ਤੋਂ ਰਿਲੇਟਡ ਹੈਗੀ ਹੈ ਉਹ ਗਵਰਨਮੈਂਟ ਨੇ ਜਿਹੜੀ ਮੰਨੀ। ਸਭ ਤੋਂ ਪਹਿਲਾਂ ਤੇ ਅਸੀਂ ਧੰਨਵਾਦ ਕਰਦੇ ਹਾਂ ਐਲਜੀ ਸਾਹਿਬ ਦਾ, ਔਰ ਉਸ ਤੋਂ ਬਾਅਦ ਅਸੀਂ ਧੰਨਵਾਦ ਕਰਦੇ ਹਾਂ ਆਲ ਟਰਾਂਸਪੋਰਟ ਐਸੋਸੀਏਸ਼ਨ ਦਾ, ਅਜੀਤ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਆਪਣੇ ਨਾਲ ਜੋੜ ਕੇ ਨਾਲ ਚਲਾਇਆ ਹੈ। ਔਰ ਸਾਡੀਆਂ ਕੁਝ ਡਿਮਾਂਡਾਂ ਸਨ, ਸਾਡੇ ਕੋਈ ਡਿਸਪਿਊਟ ਸਨ, ਉਹ ਉਹਨਾਂ ਨੇ ਬੈਠ ਕੇ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਔਰ ਜਲਦੀ ਉਹ ਕਲੀਅਰ ਹੋ ਜਾਣਗੇ। ਤੇ ਬਾਕੀ ਅਸੀਂ ਹੁਣ ਜਿੰਨੇ ਵੀ ਈ ਰਿਕਸ਼ਾ ਯੂਨੀਅਨ ਵਾਲੇ ਆ, ਅਸੀਂ ਹੁਣ ਆਲ ਟਰਾਂਸਪੋਰਟ ਯੂਨੀਅਨ ਦੇ ਬੈਨਰ ਦੇ ਥੱਲੇ ਕੰਮ ਕਰਾਂਗੇ। ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਜਿੰਨੀ ਵੀ ਸਾਡੀਆਂ ਡਿਮਾਂਡਾਂ ਡਿਸਪਿਊਟ ਜਲਦੀ ਤੋਂ ਜਲਦੀ ਕਲੀਅਰ। ਨਾਲੇ ਇਨੀਸ਼ੀਅਲ ਸਟੇਜ ਦੇ ਵਿੱਚ ਹੈ ਤੁਹਾਡੀ ਗੱਲ? ਇਨੀਸ਼ੀਅਲ ਸਟੇਜ ਤੇ ਨਹੀਂ ਹੈ, ਮਤਲਬ ਤੁਸੀਂ ਕਹਿ ਸਕਦੇ ਹੋ ਕਿ ਲਾਸਟ ਸਟੇਜ ਤੇ ਹੈ ਜੀ। ਚਲੋ ਠੀਕ ਹੈ, ਬਹੁਤ ਬਹੁਤ ਧੰਨਵਾਦ। ਹੋਰ ਕੀ ਕਹਿਣਾ ਚਾਹੁੰਦੇ ਹੋ, ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿੰਨੇ ਵੀ ਭਰਾ ਈ ਰਿਕਸ਼ੇ ਦੇ ਨਾਲ ਜੁੜੇ ਹੋਏ ਨੇ, ਕਿਉਂਕਿ ਕਾਫੀ ਜਿਹੜੇ ਗਰੀਬ ਤਬਕੇ ਦੇ ਲੋਕ ਵੀ ਮੈਂ ਦੇਖਦਾ ਕਿ ਉਹ ਵੀ ਇਸ ਖੇਤਰ ਦੇ ਨਾਲ ਜੁੜੇ ਹੋਏ ਤਾਂ ਕਿ ਆਪਣੇ ਆਪ ਨੂੰ ਵੀ ਜਿਹੜੇ ਕਰੋਨਾ ਤੋਂ ਬਾਅਦ ਆਪਣੇ ਆਪ ਨੂੰ ਰਿਵਾਈਵ ਕਰਨ। ਜੀ ਈ ਰਿਕਸ਼ਾ ਜਿਸ ਤਰ੍ਹਾਂ ਕਿ ਗਵਰਨਮੈਂਟ ਨੇ ਲਾਂਚ ਕੀਤਾ ਹੈ, ਬੜਾ ਅੱਛਾ ਸਾਧਨ ਹੈ, ਇੱਕ ਸਭ ਤੋਂ ਵੱਡਾ ਬੇਰੁਜ਼ਗਾਰੀ ਨੂੰ ਖਤਮ ਕਰਨ ਦਾ। ਦੂਸਰਾ ਜਿਹੜੇ ਗਰੀਬ ਤਬਕੇ ਦੇ ਲੋਕ ਹਨ, ਹੁਣ ਅਸੀਂ ਕੁਝ ਡਿਮਾਂਡ ਸਾਡੀਆਂ ਇਹ ਵੀ ਹਨ ਕਿ ਕੁਝ ਸਬਸਿਡੀਜ਼ ਇਹਦੇ ਵਿੱਚ ਆ ਜਾਣ, ਜਿਹਦੇ ਨਾਲ ਕਿ ਈਜ਼ੀਲੀ ਕੋਈ ਵੀ ਗਰੀਬ ਆਦਮੀ ਈ ਰਿਕਸ਼ਾ ਪਾ ਸਕੇ ਔਰ ਆਪਣਾ ਰੋਜ਼ਗਾਰ ਚਲਾ ਸਕੇ। ਬਾਕੀ ਮੈਂ ਇਹ ਕਹਿਣਾ ਚਾਹਾਂਗਾ, ਤੁਹਾਡੇ ਮਾਧਿਅਮ ਤੋਂ ਵੀ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਡੀਆਂ ਡਿਮਾਂਡਾਂ ਜਿਹੜੀਆਂ ਨੇ ਅਸੀਂ ਆਲਰੇਡੀ ਇਹਨਾਂ ਨੂੰ ਸਬਮਿਟ ਕਰ ਦਿੱਤੀਆਂ ਗਈਆਂ। ਹੁਣ ਇਹ ਜਿਸ ਤਰ੍ਹਾਂ ਵੀ ਕਰਨਗੇ ਅਸੀਂ ਉਸ ਤਰ੍ਹਾਂ ਚੱਲਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।